ਕਥਾ ਗੁਰਪੁਰ ਪ੍ਰਕਾਸ਼ ਗ੍ਰੰਥ ਜੀਵਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ। ਅਧਿਆਏ ਸਾਖੀ 8ਵੀਂ। ਦੋਹਰਾ ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੀ ਨਿਜ ਮਨ ਐਸੇ ਲਿਆਏ, ਜੋ ਕਰਨੋ ਥੋ ਕਰ ਲਿਓ ਅਬ ਤਨ ਕਰੈ ਲੁਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸ੍ਰੀ ਸਤਿਗੁਰ ਹਰਿਕ੍ਰਿਸ਼ਨ ਜੀ ਨਿਜ ਮਨ ਐਸੇ ਲਿਆਏ। ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਐਸੀ ਜਿਹੜੀ ਵਿਚਾਰ ਲਿਆਂਦੀ, ਜੋ ਕਰਨੋ ਥੋ ਕਰ ਲਿਓ ਅਬ ਤਨ ਕਰੈ ਲੁਪਾਏ। ਮਹਾਰਾਜ ਨੇ ਇਹ ਫੈਸਲਾ ਕੀਤਾ ਕਿ ਜੋ ਕਰਨਾ ਸੀ ਉਹ ਤਾਂ ਕਰ ਲਿਆ, ਜੋ ਕਰਨ ਵਾਲੇ ਕਾਰਜ ਸਨ ਉਹ ਤਾਂ ਸੰਪੂਰਨ ਹੋ ਗਏ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਇਸ ਤਨ ਸਰੀਰ ਨੂੰ ਅਲੋਪ ਕਰਨ ਦਾ, ਜੋਤੀ ਜੋ ਸਮਾਉਣ ਦਾ ਸਮਾਂ ਆ ਗਿਆ ਹੈ। ਚੌਪਈ ਸਤਿਗੁਰ ਮਨ ਐਸੇ ਠਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਛੋਟੀ ਉਮਰ ਦੇ ਵਿੱਚ ਹਜੇ 7 ਸਾਲਾਂ ਦੀ ਉਮਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਫੈਸਲਾ ਕਰਕੇ ਆਪਣੇ ਮਨ ਵਿੱਚ ਠਾਣ ਲਿਆ। ਰਿੱਧ ਕੇ ਗੁਰ ਦਿੱਤੇ ਸੋ ਬਾਣੀ। ਸੋ ਉਸ ਵੇਲੇ ਬਾਬਾ ਗੁਰਦਿੱਤਾ ਜੀ ਨੂੰ ਉਹਨਾਂ ਨੇ ਜਿਹੜਾ ਹੈ ਕੋਲ ਸੱਦਿਆ, ਜੋ ਬਾਬਾ ਬੁੱਢਾ ਜੀ ਦੀ ਬੰਸ ਵਿੱਚੋਂ ਸਨ। ਸੁਨ ਗੁਰ ਘਰ ਪ੍ਰਧਾਨ ਪਿਆਰੇ। ਦੇਖੋ, ਸੁਨ ਗੁਰ ਘਰ ਪ੍ਰਧਾਨ ਪਿਆਰੇ, ਕਿਉਂਕਿ ਸਾਰੇ ਸਿੱਖਾਂ ਵਿੱਚੋਂ ਮੁਖੀ ਬਾਬਾ ਬੁੱਢਾ ਜੀ ਤੇ ਬਾਅਦ ਵਿੱਚ ਉਹਨਾਂ ਦੇ ਅੰਸ਼ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ ਤੇ ਗੁਰੂ ਦੇ ਵੀ ਬੜੇ ਪਿਆਰੇ ਹਨ। ਤੇ ਸੰਗਤਾਂ ਦੀ ਜੋ ਹੈ ਫਰਿਆਦ ਨੂੰ ਸੁਣ ਕੇ ਗੁਰੂ ਤੱਕ ਪਹੁੰਚਾਉਣ ਵਾਲੇ ਉਹ ਪਿਆਰੇ ਭਾਈ ਗੁਰਦਿੱਤਾ ਜੀ ਹਨ। ਚਾਹੇ ਬਸ ਬੋ ਜਮਨ ਕਿਨਾਰੇ। ਮਹਾਰਾਜ ਨੇ ਆਪਣਾ ਜੋ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਰਾਦਾ ਪ੍ਰਗਟ ਕੀਤਾ ਕਿ ਅਸੀਂ ਜਮਨਾ ਦੇ ਕਿਨਾਰੇ ਜਾ ਕੇ ਉੱਥੇ ਹੁਣ ਜਿਹੜਾ ਹਨ ਰਹਿਣਾ ਚਾਹੁੰਦੇ ਹਾਂ। ਸਭ ਡੇਰੇ ਪ੍ਰਤ ਹੁਕਮ ਬਖਾਨੋ। ਸਭ ਕਹਿੰਦੇ ਕਿ ਸਾਰੇ ਡੇਰੇ ਪ੍ਰਤ ਸਾਰਿਆਂ ਦੇ ਉੱਤੇ ਮਹਾਰਾਜ ਦਾ ਇਹ ਹੁਕਮ ਜਿਹੜਾ ਸੀ ਸੁਣਾਇਆ ਗਿਆ। ਸੰਗ ਸੈਨ ਲੈ ਕਰ ਪ੍ਰਸਥਾਨੋ। ਤੇ ਕਹਿੰਦੇ ਉਸ ਵੇਲੇ ਭਾਈ ਗੁਰਦਿੱਤਾ ਜੀ ਨੂੰ ਕਿਹਾ ਕਿ ਸਾਡੀ ਜੋ ਸੈਨਾ ਹੈ, ਜੋ ਫੌਜ ਹੈ, ਉਹਨਾਂ ਨੂੰ ਨਾਲ ਲੈ ਕਰਕੇ ਤੁਸੀਂ ਇਸ ਤਰ੍ਹਾਂ ਕਰੋ ਕਿ ਜਮਨਾ ਦੇ ਕਿਨਾਰੇ ਜਾ ਕੇ ਕੋਈ ਅਸਥਾਨ, ਕੋਈ ਚੰਗਾ ਅਸਥਾਨ ਦੇਖਣਾ ਕਰੋ। ਸੁਭ ਥਲ ਦੇਖ ਸਿਵਰ ਕਰਵਾਵੋ। ਦੇਖੋ, ਸ਼ੁਭ ਜਿਹੜਾ ਹਨ ਚੰਗਾ ਥਾਂ ਦੇਖ ਕਰਕੇ ਉੱਥੇ ਸਯੰਦਨ ਜਿਹੜੇ ਟੈਂਟ ਜਿਹੜੇ ਹਨ ਆਪ ਜੀ ਲਗਾਉਣਾ ਕਰੋ। ਹੁਣ ਆ ਕਰ ਹਮ ਢਿਗ ਬਤਲਾਵੋ। ਫਿਰ ਜਦੋਂ ਇਹ ਸਾਰੇ ਕਾਰਜ ਸੰਪੂਰਨ ਹੋ ਜਾਣ ਤੇ ਟੈਂਟ ਲੱਗ ਜਾਣ, ਸਾਰੀ ਤਿਆਰੀ ਜਦੋਂ ਹੋ ਗਈ ਤਾਂ ਸਾਨੂੰ ਜਿਹੜਾ ਹਨ ਇਹ ਆ ਕੇ ਸੁਨੇਹਾ ਦੇ ਦੇਣਾ। ਸ੍ਰੀ ਮਾਤਾ ਸੰਗ ਜਾਵੇ ਤਹਾਂ। ਕਹਿਣਗੇ ਅਸੀਂ ਉੱਥੇ ਜਾਵਾਂਗੇ ਆਪਣੀ ਮਾਤਾ ਕਿਸ਼ਨ ਕੌਰ ਜੀ ਦੇ ਨਾਲ, ਉੱਥੇ ਜਾ ਕੇ ਡੇਰਾ ਕਰਨਾ ਹੈ। ਬਸੈ ਕਿਤਕ ਦਿਨ ਜਮਨਾ ਜਹਾਂ। ਕੁਝ ਕੁ ਦਿਨ ਅਸੀਂ ਜਮਨਾ ਦੇ ਕਿਨਾਰੇ ਤੇ ਜਿਹੜਾ ਹਨ ਆਪਣਾ ਅਸਥਾਨ ਬਣਾ ਕੇ ਉੱਥੇ ਵਿਸਰਾਮ ਕਰਨਾ ਚਾਹੁੰਦੇ ਹਾਂ। ਸੁਨ ਸ੍ਰੀ ਗੁਰ ਦਿੱਤੇ ਪਗ ਬੰਦੇ। ਉਸ ਵੇਲੇ ਸ੍ਰੀ ਗੁਰਦਿੱਤਾ ਜੀ, ਭਾਈ ਗੁਰਦਿੱਤਾ ਜੀ ਨੇ ਦੋਨੋਂ ਹੱਥ ਬੰਨ ਕਰਕੇ ਆਏ ਸਮਾਨੀ ਗੁਰੂ ਮੁਕੰਦੇ। ਮਹਾਰਾਜ ਨੂੰ ਮੱਥਾ ਟੇਕ ਕਰਕੇ ਮਹਾਰਾਜ ਦੀ ਆਗਿਆ ਨੂੰ ਮੰਨਣਾ ਕੀਤਾ। ਗੁਰ ਮਸੰਦ ਗੁਰ ਬਖਸ਼ ਮੰਗਾਇਓ। ਫਿਰ ਮਹਾਰਾਜ ਨੇ ਗੁਰਬਖਸ਼ ਜਿਹੜਾ ਕਿ ਮਸੰਦ ਸੀਗਾ ਉਹਨੂੰ ਬੁਲਵਾਇਆ। ਜੈ ਸਿੰਘ ਨਰਿਪ ਕੋ ਨਿਕਟ ਬੁਲਾਇਓ। ਤੇ ਉਹਨਾਂ ਨੂੰ ਕਹਿ ਕਰਕੇ ਰਾਜਾ ਜੈ ਸਿੰਘ ਨੂੰ ਕੋਲ ਸੱਦਿਆ। ਸ੍ਰੀ ਗੁਰ ਆਸੈ ਸਭਨ ਸੁਨਾਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣਾ ਆਸ਼ਾ, ਜੋ ਆਪਣੀ ਚਾਹਤ ਹੈ, ਜੋ ਮਹਾਰਾਜ ਦੀ ਮਰਜ਼ੀ ਹੈ, ਉਹ ਮਹਾਰਾਜ ਨੇ ਸੁਣਾਉਣਾ ਕੀਤੀ। ਜਮਨਾ ਤਟ ਕੀ ਸਿਵਰਹਿ ਚਾਹੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹੀ ਜਿਹੜੀ ਹੈ ਆਪਣੀ ਤਮੰਨਾ ਨੂੰ ਪ੍ਰਗਟ ਕੀਤਾ ਕਿ ਅਸੀਂ ਜਮਨਾ ਦੇ ਕਿਨਾਰੇ ਤੇ ਸਿਵਰ ਕਰਨਾ ਚਾਹੁੰਦੇ ਹਾਂ। ਨਰਿਪ ਗੁਰ ਆਇਸ ਨਿਤ ਅਨਸਾਰੀ। ਦੇਖੋ, ਰਾਜਾ ਜੈ ਸਿੰਘ ਤਾਂ ਹਮੇਸ਼ਾ ਹੀ ਸਤਿਗੁਰ ਦੀ ਆਗਿਆ ਵਿੱਚ ਹੀ ਰਹਿੰਦੇ ਹਨ। ਸਤ ਬਚਨ ਕਹਿ ਬਿਨੋ ਉਚਾਰੀ। ਸਤ ਬਚਨ ਕਹਿ ਕਰਕੇ ਬੇਨਤੀ ਕੀਤੀ ਰਾਜਾ ਜੈ ਸਿੰਘ ਨੇ। ਹੇ ਗੁਰ ਜਮਨਾ ਤਟ ਸੁਭ ਥਾਹੇ। ਕਹਿੰਦੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਮਨਾ ਦੇ ਕੰਢੇ ਦੇ ਉੱਤੇ ਦ ਰਿਵਰ ਬੈਂਕ ਜਿਹੜੀ ਹੈ ਜਮਨਾ,
ਉਹਦੇ ਬੈਂਕ ਤੇ ਉਹਦੇ ਪਾਸੇ ਤੇ ਫੌਜ ਹਮਾਰੀ ਤਿਹਠਾਂ ਆਹੇ। ਕਹਿਣਗੇ ਸਾਡੀ ਫੌਜ ਜਿਹੜੀ ਹੈ ਤਹਿਠਾਂ ਆਹੇ, ਸਾਡੀ ਫੌਜ ਵੀ ਉੱਥੇ ਉਤਰੀ ਹੋਈ ਹੈ ਜਮਨਾ ਦੇ ਕਿਨਾਰੇ ਤੇ। ਪੌਨਦਾਰ ਸੁੰਦਰ ਥਲ ਹੈ। ਕਹਿਣ ਲੱਗੇ ਮਹਾਰਾਜ ਜੀ ਆਪ ਜੀ ਨੇ ਠੀਕ ਫੈਸਲਾ ਕੀਤਾ ਹੈ, ਕਿਉਂਕਿ ਜਮਨਾ ਦਾ ਕਿਨਾਰਾ ਜਿਹੜਾ ਹੈ ਬੜਾ ਰਮਣੀਕ ਹੈ, ਬੜਾ ਸੁੰਦਰ ਹੈ। ਉੱਥੇ ਪੌਣ ਹਵਾ ਹਮੇਸ਼ਾ ਹੀ ਵਗਦੀ ਰਹਿੰਦੀ ਹੈ ਠੰਡੀ। ਜੇ ਰਾਵਰ ਅਸਮਰਜੀ ਹੈ। ਜੇ ਆਪ ਜੀ ਦੀ ਐਸੀ ਮਰਜ਼ੀ ਹੈ ਜਾਂ ਆਪ ਜੀ ਦਾ ਐਸਾ ਇਰਾਦਾ ਬਣਾਇਆ ਹੋਇਆ ਹੈ। ਸਿਵਰ ਖਰਾਬ ਹੈ ਤੋ ਤੇ ਥਾਨਾ। ਮਹਾਰਾਜ ਅਸੀਂ ਹੁਣੇ ਆਪ ਜੀ ਦਾ ਸਿਵਰ, ਆਪ ਜੀ ਦਾ ਜਿਹੜਾ ਹੈ ਆਪ ਜੀ ਦਾ ਬਸੇਰਾ ਉੱਥੇ ਕਰਾ ਦਿੰਦੇ ਹਾਂ। ਆਗਿਆ ਜਿਮ ਮਰਜੀ ਭਗਵਾਨਾ। ਜਿਵੇਂ ਅੱਗੇ ਆਪ ਜੀ ਦੀ ਮਰਜ਼ੀ ਹੋਏਗੀ। हे ਭਗਵਾਨ ਰੂਪ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਜੀ ਨੇ ਉਸੇ ਤਰ੍ਹਾਂ ਹੀ ਸਾਨੂੰ ਦੱਸਦੇ ਰਹਿਣਾ। ਕਹਿਓ ਗੁਰੂ ਜੋ ਤੁਮ ਮਨ ਭਾਵੈ। ਗੁਰੂ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਰਾਜਾ ਜੈ ਸਿੰਘ ਨੂੰ ਕਿਹਾ ਕਿ ਜਿਵੇਂ ਤੇਰੀ ਮਰਜ਼ੀ ਹੈ, ਜਿੱਥੇ ਤੂੰ ਠੀਕ ਸਮਝੇ ਉੱਥੇ ਸਾਡਾ ਅਸਥਾਨ ਜਿਹੜਾ ਹੈ ਬਣਵਾ ਦੇ। ਸੋ ਹਮ ਹੈ ਪਸੰਦ ਹੈ ਆਵੈ। ਕਹਿਣ ਲੱਗੇ ਜੋ ਤੁਹਾਨੂੰ ਠੀਕ ਲੱਗੇ ਉਹੀ ਸਾਨੂੰ ਪਸੰਦ ਆਵੇਗਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿੰਦੇ ਅਸ ਕਹਿ ਸੁਨ ਸਭ ਬੰਧਨ ਧਾਰੀ। ਦੇਖੋ ਇਹ ਜਿਹੜਿਆ ਹਨ ਜਦੋਂ ਐਸੇ ਬਚਨ ਬਿਲਾਸ ਹੋ ਗਏ, ਉਸ ਵੇਲੇ ਰਾਜਾ ਜੈ ਸਿੰਘ ਨੇ ਦੋਨੋਂ ਹੱਥ ਜੋੜ ਕੇ ਮੱਥਾ ਟੇਕਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ। ਭੂਪ ਮਸੰਦ ਮਿਲੇ ਮੁਦ ਧਾਰੀ। ਕਹਿਣਗੇ ਭੂਪ ਤੇ ਮਸੰਦ, ਰਾਜਾ ਜੈ ਸਿੰਘ ਜੋ ਰਾਜਾ ਹੈ ਤੇ ਗੁਰਬਖਸ਼ ਜਿਹੜਾ ਮਸੰਦ ਹੈ, ਉਹਨਾਂ ਦੋਨਾਂ ਨੇ ਮਿਲ ਕਰਕੇ ਬੜੀ ਖੁਸ਼ੀ ਕੀਤੀ ਵੀ ਮਹਾਰਾਜ ਨੇ ਆਗਿਆ ਕੀਤੀ ਹੈ। ਜਮਨਾ ਤਟ ਆਵਤ ਭੇਤ ਹਾਂ। ਤੇ ਉਸੇ ਵੇਲੇ ਰਾਜਾ ਜੈ ਸਿੰਘ ਤੇ ਮਸੰਦ ਗੁਰਬਖਸ਼ ਪਹੁੰਚ ਗਏ ਹਨ ਜਮਨਾ ਦੇ ਕੰਢੇ ਤੇ। ਸੈਨ ਸਿੰਘ ਜੈ ਕੀ ਥੀ ਜਹਾਂ। ਜਿੱਥੇ ਰਾਜਾ ਜੈ ਸਿੰਘ ਦੀ ਸੈਨਾ ਦਾ ਉਤਾਰਾ ਕੀਤਾ ਹੋਇਆ ਸੀ। ਇੱਕ ਦਿਸ ਸੁੰਦਰ ਭੂਮ ਨਿਹਾਰੀ। ਤੇ ਇੱਕ ਦਿਸ਼ ਇੱਕ ਪਾਸਾ ਉਹ ਜਿਹੜਾ ਹੈ ਜਮਨਾ ਦੇ ਕਿਨਾਰੇ ਦਾ ਬਹੁਤ ਹੀ ਸੁੰਦਰ ਸੀ, ਉੱਚਾ ਥੋੜਾ ਜਿਹਾ ਬਣਿਆ ਹੋਇਆ ਸੀ। ਸਿਵਰ ਗੁਰੂ ਹਿਤ ਭਲੀ ਪ੍ਰਕਾਰੀ। ਉਸ ਵੇਲੇ ਰਾਜਾ ਜੈ ਸਿੰਘ ਨੇ ਉਹੀ ਥਾਂ ਠੀਕ ਸਮਝਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿਵਰ ਟੈਂਟ ਲਗਾਉਣ ਵਾਸਤੇ। ਤੰਬੂ ਸਮਿਆਨੇ ਮੰਗਵਾਏ। ਉਸੇ ਵੇਲੇ ਰਾਜਾ ਜੈ ਸਿੰਘ ਨੇ ਹੁਕਮ ਕੀਤਾ ਆਪਣੇ ਬੰਦਿਆਂ ਨੂੰ, ਕਹਿੰਦੇ ਤੰਬੂ ਤੇ ਜਿਹੜੇ ਹਨ ਸਨਿਆਣੇ, ਜਿੰਨੀਆਂ ਪਾਲਕੀਆਂ ਜਾਂ ਉੱਥੇ ਜਿਹੜੇ ਹਨ ਚੰਦੋਏ ਹਨ, ਕਹਿੰਦੇ ਉਹ ਸ਼ਾਹੀ ਜਿਹੜੇ ਹਨ, ਜਿਹੜੇ ਰਾਜੇ ਮਹਾਰਾਜਿਆਂ ਵਾਸਤੇ ਵਰਤੇ ਜਾਂਦੇ, ਉਹ ਲੈ ਕੇ ਆਓ। ਗੁਰਹਿਤ ਰੁਚਰ ਚੰਦੋਵਾ ਲਾਏ। ਦੇਖੋ ਗੁਰੂ ਮਹਾਰਾਜ ਵਾਸਤੇ ਇੱਕ ਸੁੰਦਰ ਚੰਦੋਆ ਜੋ ਚਾਨਣੀ ਹੈ ਵੱਡੀ ਸਾਰੀ, ਉਹ ਸਤਿਗੁਰਾਂ ਵਾਸਤੇ ਸਤਿਗੁਰ ਦੇ ਸੰਜਿਆਨੇ ਉੱਤੇ ਜਾਂ ਟੈਂਟ ਵਿੱਚ ਲਗਾਈ ਗਈ। ਇੱਕ ਦਿਸ ਮਾਤਾ ਹਿਤ ਕੇ ਡੇਰਾ। ਤੇ ਇੱਕ ਪਾਸੇ ਮਾਤਾ ਕ੍ਰਿਸ਼ਨ ਕੌਰ ਜੀ ਵਾਸਤੇ ਵੀ ਡੇਰਾ ਸੁੰਦਰ ਬਣਾਇਆ ਗਿਆ। ਲੱਗੀ ਕਨਾਤ ਸੁਭਗ ਚੋਫੇਰਾ। ਦੇਖੋ ਲੱਗੀ ਕਨਾਤ, ਕਹਿਣਗੇ ਸੋ ਭੱਗ ਜਿਹੜੇ ਹਨ ਚੋਫੇਰਾ, ਚਾਰੇ ਪਾਸੇ ਫਿਰ ਹੋਰ ਵੀ ਬੜੇ ਟੈਂਟ ਲਾ ਦਿੱਤੇ ਸੰਗਤਾਂ ਵਾਸਤੇ, ਲੰਗਰਾਂ ਵਾਸਤੇ। ਬੜਾ ਸੁੰਦਰ ਅਸਥਾਨ ਬਣ ਗਿਆ ਜੀ ਸਾਰਾ। ਸੰਗ ਸਿਵਰ ਦਾਸੀ ਗਨ ਦਾਸ। ਦੇਖੋ ਕਹਿੰਦੇ ਸੰਗ ਸਿਵਰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜੋ ਸਵਾਰੀ ਹੈ, ਉਹਦੇ ਨਾਲ ਜਿਹੜੇ ਗਨ ਦਾਸ, ਜਿਹੜੇ ਬਹੁਤ ਸਾਰੇ ਦਾਸ ਨਾਲ ਰਹਿੰਦੇ ਹਨ, ਸਿੱਖ ਸੇਵਕ। ਸੈਨ ਦੁੱਤਿਆ ਦਿਸ ਸਿਵਰ ਲਗਾਸ। ਤੇ ਸੰਗਤਾਂ ਵਾਸਤੇ ਇੱਕ ਪਾਸੇ ਤੇ ਫੌਜਾਂ ਜੋ ਮਹਾਰਾਜ ਦੀਆਂ ਹਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ, ਉਹਨਾਂ ਵਾਸਤੇ ਇੱਕ ਪਾਸੇ, ਉਹਨਾਂ ਵਾਸਤੇ ਟੈਂਟ ਲਗਾ ਦਿੱਤੇ। ਅਸ ਵਿਦ ਸਭ ਤਿਆਰੀ ਕਰਵਾਏ। ਇਸ ਵਿਧੀ ਦੇ ਨਾਲ ਸਾਰੀ ਤਿਆਰੀ ਹੋ ਗਈ ਜਮਨਾ ਦੇ ਕਿਨਾਰੇ ਤੇ। ਨਿਰਪ ਮਸੰਦ ਸਭ ਗੁਰ ਢਿਗ ਆਏ। ਤੇ ਨਿਰਪ ਤੇ ਮਸੰਦ ਜਿਹੜੇ ਹਨ ਸਾਰੇ ਤਿਆਰੀ ਜਦੋਂ ਹੋ ਗਈ, ਸੰਪੂਰਨ ਹੋ ਗਈ, ਥਾਂ ਤਿਆਰ ਹੋ ਗਿਆ, ਤਾਂ ਸਾਰੇ ਨੇ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬੇਨਤੀ ਕੀਤੀ। ਕਹਿਤ ਭਏ ਹੈ ਗੁਰ ਸੁਖਦਾਏ। ਤੇ ਬੇਨਤੀ ਕੀਤੀ ਹੈ ਗੁਰੂ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪ ਜੀ ਸੁੱਖਾਂ ਦੇ ਦਾਤੇ ਹੋ। ਸਿਵਰ ਤਿਆਰ ਜਮਨਾ ਤਟ ਥਾਏ। ਮਹਾਰਾਜ ਆਪ ਜੀ ਦਾ ਸਿਵਰ ਆਪ ਜੀ ਦੇ ਹੁਕਮ ਅਨੁਸਾਰ ਤਿਆਰ ਹੋ ਚੁੱਕਾ ਹੈ ਜਮਨਾ ਦੇ ਕਿਨਾਰੇ ਤੇ। ਸੁਨ ਸਤਿਗੁਰ ਸੁਖਪਾਲ ਮੰਗਾਈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸੇ ਵੇਲੇ ਇੱਕ ਆਪਣਾ ਸੁੰਦਰ ਜਿਹੜੀ ਸਵਾਰੀ ਹੈ ਸੁਖਪਾਲ, ਇੱਕ ਪਾਲਕੀ ਦੀ ਤਰ੍ਹਾਂ ਹੁੰਦੀ ਹੈ ਪਰ ਖੁੱਲੀ ਹੁੰਦੀ ਹੈ, ਤੇ ਇਉਂ ਕਰਕੇ ਮਹਾਰਾਜ ਨੇ ਉਹ ਸੋਨੇ ਦੀ ਸੁਖਪਾਲ ਉਹਨੂੰ ਮੰਗਾਉਣਾ ਕੀਤਾ ਆਪਣੀ ਸਵਾਰੀ ਨੂੰ। ਭੇ ਅਰੂੜ ਤਿਹ ਮਹਿ ਸੁਖ ਪਾਈ। ਸਤਿਗੁਰ ਸੱਚੇ ਪਾਤਸ਼ਾਹ ਉਸ ਸੁਖਪਾਲ ਦੇ ਵਿੱਚ ਮਹਾਰਾਜ ਨੇ ਬਿਰਾਜਣਾ ਕੀਤਾ, ਬੈਠਣਾ ਕੀਤਾ। ਸ੍ਰੀ ਮਾਤਾ ਸਿਅੰਦਨ ਆਰੋਹੀ। ਤੇ ਮਾਤਾ ਜੀ ਵਾਸਤੇ ਵੀ ਸੁੰਦਰ ਪਾਲਕੀ ਲਿਆਂਦੀ ਗਈ, ਜਿਹਦੇ ਉੱਤੇ ਮਾਤਾ ਕਿਸ਼ਨ ਕੌਰ ਜੀ ਨੇ ਸਵਾਰੀ ਕੀਤੀ। ਸੈਨ ਸੰਗ ਸਭ ਤਾਬਿਆ ਸੋਹੀ। ਤੇ ਜਿੰਨੀ ਵੀ ਜਿਹੜੀ ਹੈ ਮਹਾਰਾਜ ਦੀ ਫੌਜ ਸੀਗੀ ਉਹ ਵੀ ਮਹਾਰਾਜ ਦੀ ਤਾਬਿਆ ਮਹਾਰਾਜ ਦੇ ਨਾਲੋਂ ਨਾਲ ਚੱਲੀ ਹੈ। ਦਾਸੀ ਦਾਸ ਭੂਪ ਸਿੱਖ ਸੰਗ। ਸੋ ਇਉਂ ਕਰਕੇ ਦਾਸੀਆਂ ਦਾਸ ਮਹਾਰਾਜ ਦੇ ਸਿੱਖ ਸੇਵਕ ਜਿਹੜੇ ਹਨ
ਤੇ ਬਹੁਤ ਸਾਰੇ ਸਿੱਖ ਜਿਹੜੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਏ ਸਨ ਉਹ ਵੀ ਨਾਲ ਹੀ ਜਮਨਾ ਨੂੰ ਜਾਣ ਲੱਗੇ ਹਨ। ਆਏ ਯਮਨਾ ਕੂਲ ਉਮੰਗ, ਤੇ ਆਏ ਹਨ ਜਮਨਾ ਦੇ ਕੰਢੇ ਉੱਤੇ ਕਹਿਣਗੇ ਕੂਲ ਕੋਲ ਆ ਕਰਕੇ ਤੇ ਉਮੰਗ, ਜਿੱਥੇ ਜਮਨਾ ਦੀਆਂ ਜਿਹੜੀਆਂ ਹਨ ਲਹਿਰਾਂ ਜਿਹੜੀਆਂ ਹਨ ਬੜੀਆਂ ਸੁੰਦਰ ਸਨ। ਵੇਖ ਸੁਭ ਥਲ ਗੁਰ ਹਰਖਤ ਭਏ, ਇਹ ਸੁੰਦਰ ਥਾਂ ਨੂੰ ਦੇਖ ਕਰਕੇ, ਸਾਰੀ ਤਿਆਰੀ ਨੂੰ ਦੇਖ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਬੜੇ ਪ੍ਰਸੰਨ ਹੋਏ। ਉਤਰ ਪਰੇ ਸੁਖ ਸੋਥਿਤ ਥਏ, ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸੁਖਪਾਲ ਤੋਂ ਥੱਲੇ ਉਤਰੇ। ਜੰਗਲ ਮਹਿ ਮੰਗਲ ਤਹਿ ਭਇਓ, ਦੇਖੋ ਉਸ ਜੰਗਲ ਬਿਆਬਾਨ ਥਾਂ ਦੇ ਵਿੱਚ ਜਿੱਥੇ ਕੋਈ ਕਿਸੇ ਦਾ ਵਾਸਾ ਨਹੀਂ ਉਸ ਵੇਲੇ ਸੀਗਾ, ਤੇ ਇਹ ਜਿਹੜਾ ਸੁੰਨ ਸਨਾਮ ਜਿਹੜਾ ਥਾਮ ਸੀਗਾ ਇਹਦੇ ਵਿੱਚ ਮਹਾਰਾਜ ਨੇ ਆ ਕਰਕੇ ਚਰਨ ਪਾ ਕੇ ਕਹਿੰਦੇ ਕਿ ਖੁਸ਼ੀਆਂ ਹੀ ਖੁਸ਼ੀਆਂ ਕਰ ਦਿੱਤੀਆਂ, ਰੌਣਕਾਂ ਲਾ ਦਿੱਤੀਆਂ। ਜਿਹ ਸਤਿਗੁਰ ਡੇਰਾ ਕਰ ਲਿਓ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਆਣੇ ਜਾਂ ਤੰਬੂ ਬਣਾਏ ਹੋਏ ਸਨ ਉੱਥੇ ਮਹਾਰਾਜ ਨੇ ਆ ਕੇ ਡੇਰਾ ਕਰ ਲਿਆ। ਦੋਹਰਾ ਸਭਪੁਰ ਮਹਿ ਤਬ ਸੁਧ ਭਈ, ਸ੍ਰੀ ਸਤਿਗੁਰ ਸੁਖਦਾਏ। ਦੇਖੋ ਉਸ ਵੇਲੇ ਸਾਰੀ ਦਿੱਲੀ ਦੇ ਵਿੱਚ ਇਹ ਖਬਰ ਪਹੁੰਚ ਗਈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੋ ਸਾਰਿਆਂ ਨੂੰ ਸੁੱਖਾਂ ਦੇ ਦਾਤੇ ਬਣ ਕਰਕੇ ਸਾਰਿਆਂ ਦੇ ਦੁੱਖ ਦੂਰ ਕੀਤੇ ਹਨ। ਔਰ ਬਾਹਿਰ ਯਮਨਾ ਤਟ ਹੈ ਸਿਵਰ ਹੈ ਦੀਨ ਲਗਾਏ, ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣਾ ਅਸਥਾਨ ਜਿਹੜਾ ਬੰਗਲਾ ਸਾਹਿਬ ਸੀਗਾ ਉੱਥੋਂ ਸਤਿਗੁਰੂ ਜੀ ਨੇ ਕੂਚ ਕਰਕੇ ਜਮਨਾ ਦੇ ਕਿਨਾਰੇ ਜਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਸਾ ਕੀਤਾ ਹੈ ਉਸ ਜਮਨਾ ਨੂੰ ਜਿਹੜਾ ਪਵਿੱਤਰ ਕਰਨ ਵਾਸਤੇ। ਚੌਪਈ ਸਿੱਖ ਸੰਗਤ ਮਿਲ ਮਿਲ ਸਮਦਾਏ, ਸੋ ਸਿੱਖ ਸੰਗਤਾਂ ਜਿਹੜੀਆਂ ਹਨ ਆਪਸ ਵਿੱਚ ਮਿਲ ਮਿਲ ਕਰਕੇ ਸਾਰੀਆਂ ਸੰਗਤਾਂ ਜਿਹੜੀਆਂ ਹਨ ਯਮਨਾ ਤਟ ਦਰਸਹਿ ਗੁਰ ਆਏ, ਆਏ ਹਨ ਜਮਨਾ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ। ਲਗਹਿ ਦੀਵਾਨ ਦੋਨ ਹੂੰ ਕਾਲਾ, ਦੇਖੋ ਦੀਵਾਨ ਲੱਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਜਿਵੇਂ ਪਹਿਲਾਂ ਵੀ ਲੱਗਿਆ ਕਰਦਾ ਸੀ ਕੀਰਤਪੁਰ ਸਾਹਿਬ ਦੇ ਵਿੱਚ, ਬਾਅਦ ਵਿੱਚ ਬੰਗਲਾ ਸਾਹਿਬ ਦਿੱਲੀ ਦੇ ਵਿੱਚ ਲੱਗਦਾ ਹੁੰਦਾ ਸੀ। ਇਸੇ ਤਰ੍ਹਾਂ ਜਮਨਾ ਦੇ ਕਿਨਾਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹੀ ਗੁਰੂ ਘਰ ਦੀ ਮਰਿਆਦਾ ਕਾਇਮ ਰੱਖੀ। 2 ਵਕਤ ਦੀਵਾਨ ਲੱਗਦਾ ਹੈ, ਅੰਮ੍ਰਿਤ ਵੇਲੇ ਤੇ ਸੋਦਰ ਦਾ ਜਿਹੜਾ ਹੈ ਸਮੇਂ ਵਿੱਚ। ਲਹੈ ਸਰੇ ਸਿੱਖ ਸੰਗਤ ਜਾਲਾ, ਦੇਖੋ ਸਿੱਖ ਸੰਗਤਾਂ ਬਹੁਤ ਸਾਰੀਆਂ ਆਉਂਦੀਆਂ ਤੇ ਬਹੁਤ ਸਾਰੀਆਂ ਨੂੰ ਮਹਾਰਾਜ ਜੀ ਆਪ ਮੁਕਤੀ ਬਖਸ਼ਦੇ ਹਨ। ਦੇਗ ਚਲੈ ਗੁਰ ਕੀ ਤਹਿ ਭਾਰੀ, ਦੇਖੋ ਦੇਗ ਲੰਗਰ ਚੱਲ ਪਏ ਹਨ ਉੱਥੇ ਭਾਰੇ, ਬੜੀਆਂ ਸੰਗਤਾਂ ਛਕਦੀਆਂ ਛਕਾਉਂਦੀਆਂ ਤੇ ਸੇਵਾ ਕਰਦੀਆਂ ਹਨ। ਆਖਿਲ ਅਨਾਥਨ ਹੋਏ ਪ੍ਰਿਤ ਪਾਰੀ, ਕਹਿਣਗੇ ਸਾਰਿਆਂ ਦੇ ਸਾਰੇ ਜਿਹੜੇ ਹਨ ਅਨਾਥਨ ਜਿਨ੍ਹਾਂ ਦਾ ਕੋਈ ਨਹੀਂ ਹੈਗਾ, ਕਹਿੰਦੇ ਉਹਨਾਂ ਦੀ ਪ੍ਰਤਪਾਲਨਾ ਕਰਨ ਵਾਲੇ ਕੇਵਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹਨ। ਸੋ ਜਸ ਚੰਦ ਪੂਰਨੋ ਜਗ ਛਾਇਓ, ਦੇਖੋ ਸੋ ਜਸ ਮਹਾਰਾਜ ਦਾ ਇਸੇ ਤਰ੍ਹਾਂ ਹੈ ਜਿਵੇਂ ਪੂਰਨ ਚੰਦਰਮਾ ਜਿਹੜਾ ਹਨ ਪੂਰਨ ਮਾਸੀ ਵਾਲੇ ਸਮੇਂ ਤੇ ਚੜਿਆ ਹੁੰਦਾ ਹੈ ਹਨੇਰੀ ਰੂਪੀ ਰਾਤ ਦੇ ਵਿੱਚ। ਰੰਗ ਆਦ ਨਾ ਉਕਸਨ ਪਾਇਓ, ਦੇਖੋ ਕਹਿੰਦੇ ਨੌਰੰਗ ਜਿਹੜਾ ਹੈ ਜਿਹੜਾ ਔਰੰਗਜ਼ੈਬ ਹੈ ਕਹਿੰਦੇ ਉਹ ਤੇ ਹੋਰ ਜਿਹੜੇ ਬਾਕੀ ਦੇ ਪਾਪੀ ਲੋਕ ਹਨ ਉਹ ਮਹਾਰਾਜ ਦੇ ਨੇੜੇ ਨਹੀਂ ਆ ਕੇ ਢੁੱਕ ਸਕਦੇ। ਪਰ ਸਤਿਗੁਰ ਅਸ ਖੇਲ ਰਚਾਇਓ, ਦੇਖੋ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਖੇਡ ਰਚਾਇਆ ਉਹਦੇ ਹੀ ਸ਼ਹਿਰ ਵਿੱਚ ਆ ਕੇ ਤੇ ਉਹਨੂੰ ਹੀ ਨਹੀਂ ਦਰਸ਼ਨ ਦਿੱਤੇ। ਉਹਦੇ ਰਾਜ ਵਿੱਚ ਸਾਰਾ ਹਿੰਦੁਸਤਾਨ ਉਹਦਾ ਰਾਜ ਸੀਗਾ ਔਰੰਗਜ਼ੈਬ ਦਾ, ਪਰ ਔਰੰਗਜ਼ੈਬ ਦਾ ਜ਼ੋਰ ਜਿਹੜਾ ਹਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਨਹੀਂ ਚੱਲਿਆ। ਮਹਾਰਾਜ ਦੇ ਦੇਖੋ ਉਹਨੂੰ ਵੀ ਝੁਕਣਾ ਪਿਆ ਮਹਾਰਾਜ ਦੀ ਆਗਿਆ ਅੱਗੇ। ਚੇਤ ਸੁਦੀ ਪੰਚਮ ਦਿਨ ਆਇਓ, ਦੇਖੋ ਚੇਤ ਸੁਦੀ ਪੰਚਮੀ ਵਾਲਾ ਦਿਨ ਸੀਗਾ। ਸੋ ਉਸ ਵਕਤ ਉਹ ਦਿਨ ਜਿਹੜਾ ਸੀਗਾ ਜਿਸ ਵੇਲੇ ਨਿਜ ਤਨ ਤਾਪ ਚੜਾਵਨ ਕਰਾ, ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸਰੀਰ ਤੇ ਤਾਪ ਚੜਾ ਲਿਆ। ਮਹਾਰਾਜ ਨੂੰ ਫੀਵਰ ਹੋ ਗਿਆ, ਮਹਾਰਾਜ ਨੂੰ ਜਿਹੜਾ ਹਨ ਮਹਾਰਾਜ ਦਾ ਸਰੀਰ ਜਿਹੜਾ ਤਪਣ ਲੱਗ ਗਿਆ। ਪੌੜ ਪ੍ਰਿਯੰਕ ਨਰਨ ਅਨਹਰਾ, ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਪਾਤਸ਼ਾਹ ਜੀ ਬਹੁਤ ਸਾਰਾ ਸਮਾਂ ਹੁਣ ਆਪਣੇ ਪਲੰਗ ਉੱਤੇ ਹੀ ਲੰਮੇ ਪਏ ਰਹਿੰਦੇ ਹਨ। ਪੌੜ ਪ੍ਰਿਯੰਗ ਨਰਨ ਅਨਹਰਾ ਕਹਿਣਗੇ ਦੇਖੋ ਸਾਰੀ ਦੁਨੀਆ ਨੂੰ ਮਹਾਰਾਜ ਜੀ ਸਾਰੀ ਦੁਨੀਆ ਦਾ ਜੀਵਨ ਰੂਪ ਹਨ, ਪਰ ਆਪ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਭਾਣੇ ਵਿੱਚ ਆਪਣੇ ਸਰੀਰ ਨੂੰ ਤਾਪ ਚੜਾ ਕੇ ਤੇ ਹੁਣ ਲੰਮੇ ਪਏ ਹਨ। ਸ੍ਰੀ ਮਾਤਾ ਮਨ ਚਿੰਤ ਉਪਾਈ, ਇਹ ਦੇਖ ਕਰਕੇ ਮਾਤਾ ਕਿਸ਼ਨ ਕੌਰ ਜੀ ਨੂੰ ਬੜਾ ਹੀ ਫਿਕਰ ਹੋਇਆ ਕਿ ਸਾਡੇ ਪੁੱਤਰ ਨੂੰ ਕੀ ਹੋ ਗਿਆ। ਇਹਨੇ ਦਰਸ਼ਨ ਤੇ ਗਨ ਦੁਖ ਜਾਈ, ਦੇਖੋ ਜਿਨ੍ਹਾਂ ਦੇ ਦਰਸ਼ਨ ਕਰਨ ਮਾਤਰ ਹੀ ਦੁੱਖ ਦੂਰ ਹੋ ਜਾਇਆ ਕਰਦੇ ਸਨ, ਨਾ ਇਲਾਜ ਬਿਮਾਰੀਆਂ ਦਾ ਇਲਾਜ ਹੋ ਜਾਇਆ ਕਰਦਾ ਸੀ। ਅੱਜ ਉਹੀ ਗੁਰੂ ਹੈ ਜੋ ਆਪਣੇ ਸਰੀਰ ਤੇ ਤਾਪ ਚੜਾ ਕੇ ਤੇ ਆਪ ਹੀ ਮੰਜੇ ਤੇ ਪਏ ਹਨ। ਪੌੜ ਰਹੇ ਇਹੋ ਜਵਰ ਕੋ ਧਾਰੇ, ਦੇਖੋ ਕਹਿੰਦੇ ਲੰਮੇ ਪਏ ਹਨ ਤੇ ਆਪਣੇ ਸਰੀਰ ਤੇ ਤਾਪ ਚੜਾ ਕੇ
ਪਤਾ ਨਹੀਂ ਕਿਹਦਾ ਦੁੱਖ ਮਹਾਰਾਜ ਜੀ ਆਪਣੇ ਸਰੀਰ ਤੇ ਲੈ ਰਹੇ ਹਨ। ਭਰਾਤ ਸਰਾਪ ਜਨ ਲੀਨਸ ਥਾਰੇ। ਦੇਖੋ ਕਹਿੰਦੇ ਆਪਣੇ ਭਰਾ ਰਾਮ ਰਾਏ ਦਾ ਜਿਹੜਾ ਸਰਾਪ ਸੀਗਾ ਉਹ ਸਤਿਗੁਰਾਂ ਨੇ ਆਪਣੇ ਉੱਤੇ ਜਿਹੜਾ ਹਨ ਵਰਤਾ ਲਿਆ। ਲਗਹਿ ਦੀਵਾਨ ਦੋਨਹੂ ਕਾਲਾ। ਪਰ ਫਿਰ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੋਵੇਂ ਵਕਤ ਸੰਗਤ ਵਿੱਚ ਆਉਂਦੇ ਹਨ, ਅੰਮ੍ਰਿਤ ਵੇਲੇ ਵੀ ਆਉਂਦੇ ਹਨ ਤੇ ਸ਼ਾਮਾਂ ਦੇ ਦੀਵਾਨ ਵਿੱਚ ਵੀ ਆਉਂਦੇ ਹਨ, ਤਖਤਾਂ ਤੇ ਸਜਦੇ ਹਨ। ਪਰ ਗੁਰ ਬੈਠ ਹੈ ਥੋਰ ਹੈ ਕਾਲਾ। ਪਰ ਇਸ ਵਕਤ ਸਤਿਗੁਰੂ ਜੀ ਲੰਮੇ ਸਮੇਂ ਤੱਕ ਨਹੀਂ ਬੈਠਿਆ ਕਰਦੇ ਸਨ, ਥੋੜੇ ਸਮੇਂ ਵਾਸਤੇ ਹੀ ਆਇਆ ਕਰਦੇ ਸਨ ਸੰਗਤ ਵਿੱਚ। 5 ਦਿਵਸ ਅਸ ਬੀਤਤ ਭਏ। ਦੇਖੋ ਉਸ ਦਿਨ ਤੋਂ ਲੈ ਕਰਕੇ 5 ਦਿਨ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰ ਐਉਂ ਤਪਦਾ ਰਿਹਾ ਤਾਪ ਦੇ ਨਾਲ। ਬਿਦਤ ਸੀਤਲਾ ਤਨ ਪਰ ਕਏ। ਫਿਰ 5 ਦਿਨਾਂ ਤੋਂ ਬਾਅਦ ਹੀ ਸੀਤਲਾ ਜਿਹੜੀ ਸੀਗੀ, ਸਮਾਲ ਪੌਕਸ ਜਿਹੜੇ ਹਨ ਉਹ ਜਿਹੜੇ ਉੱਤੇ ਦਿਖਾਈ ਦੇਣ ਲੱਗੇ, ਫੋੜੇ ਆਉਣ ਲੱਗੇ ਸਰੀਰ ਤੇ। ਸ੍ਰੀ ਮਾਤਾ ਪਿਖ ਚਿੰਤ ਉਪਾਵੈ। ਮਾਤਾ ਨੂੰ ਇਸ ਜਿਹੜਾ ਹਨ ਮਹਾਰਾਜ ਦੇ ਜਿਹੜਾ ਹਨ ਹਾਲਾਤ ਨੂੰ ਦੇਖ ਕੇ ਬੜੀ ਚਿੰਤਾ ਫਿਕਰ ਹੋਇਆ। ਜਾਣੈ ਪੁੱਤਰ ਪਰਲੋਕ ਸਿਧਾਵੈ। ਤੇ ਮਾਤਾ ਤਾਂ ਇਹ ਜਾਣਦੀ ਹੋਈ ਸੀਗੀ ਕਿ ਸਾਡੇ ਪੁੱਤਰ ਨੇ ਹੁਣ ਜੋਤੀ ਜੋਤ ਸਮਾਉਣਾ ਹੈ, ਇਹਨਾਂ ਨੇ ਆਪਣਾ ਸਰੀਰ ਨਹੀਂ ਰੱਖਣਾ ਹੁਣ। ਸੰਗਤ ਨਰਿਪ ਜੈ ਸਿੰਘ ਸਵਾਈ। ਤੇ ਦੇਖੋ ਸੰਗਤ ਜਿਹੜੀ ਹੈ ਰਾਜਾ ਜੈ ਸਿੰਘ ਤੇ ਜਿੰਨੇ ਸਾਰੇ ਸਨ ਦਿੱਲੀ ਦੇ ਜਿਹੜੇ ਮਹਾਰਾਜ ਦੀ ਸੰਗਤ ਵਿੱਚ ਆਇਆ ਕਰਦੇ ਸਨ, ਪੇਖ ਪੇਖ ਕਰ ਚਿੰਤ ਉਪਾਈ। ਕਹਿਣਗੇ ਦੇਖ ਦੇਖ ਕੇ ਉਹਨਾਂ ਨੂੰ ਚਿੰਤਾ ਜਿਹੜਾ ਹੋ ਰਹੀ ਹੈ ਕਿ ਸਾਡੀ ਬੋਡੀ ਕੌਣ ਕਰੇਗਾ, ਸਾਡੇ ਦੁੱਖਾਂ ਨੂੰ ਕੌਣ ਮਿਟੇਗਾ। ਇਹੀ ਗੁਰੂ ਸੀਗੇ ਜਿਹਦੇ ਚਰਨ ਧੋ ਕੇ ਹੈਜੇ ਦੀ ਬਿਮਾਰੀ ਠੀਕ ਹੋਈ, ਜਿਹਦੇ ਕਰਕੇ ਬਹੁਤ ਸਾਰਿਆਂ ਦੀ ਚਿਚਕ ਦੀ ਬਿਮਾਰੀ ਵੀ ਦੂਰ ਹੋਈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਂ ਹੋਣ ਕਰਕੇ ਫਿਰ ਸਾਡਾ ਕੀ ਬਣੇਗਾ, ਸਾਡੀ ਕੌਣ ਰਾਖੀ ਕਰੇਗਾ। ਇਹ ਚਿੰਤਾ ਵਿੱਚ ਹਰ ਕੋਈ ਰੋ ਰਿਹਾ ਹੈ ਦਿੱਲੀ ਵਿੱਚ। ਦਿਵਸ ਤਰੋਦਸੀ ਕੋ ਤਬ ਆਇਓ। ਜਦੋਂ ਫਿਰ 13ਵਾਂ ਦਿਨ ਜਿਹੜਾ ਸੀਗਾ, 13ਵਾਂ ਦਿਨ ਚੜਿਆ ਉਸ ਵਕਤ ਸ੍ਰੀ ਮਾਤਾ ਸੁਤ ਸੰਗ ਅਲਾਇਓ। ਉਸ ਵੇਲੇ ਮਾਤਾ ਜੀ ਤੋਂ ਨਹੀਂ ਰਿਹਾ ਗਿਆ। ਮਾਤਾ ਕਿਸ਼ਨ ਕੌਰ ਜੀ ਨੇ ਆ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਇਹ ਬੇਨਤੀ ਕੀਤੀ, ਕਿਆ ਇਹ ਦਸ਼ਾ ਆਰੰਭਨ ਕੀਨ। ਕਿ ਪੁੱਤਰ ਤੂੰ ਆਪਣੇ ਉੱਤੇ ਕੀ ਦਸ਼ਾ ਕਰ ਲਈ ਹੈ, ਤੂੰ ਆਪਣੀ ਕੀ ਦਸ਼ਾ ਕੀ ਹਾਲਾਤ ਬਣਾ ਲਈ ਹੈ ਆਪਣੀ। ਸਤਿਗੁਰ ਕੋ ਘਰ ਅਨੰਦ ਬਹੀਨ। ਦੇਖੋ ਕਹਿੰਦੇ ਸਤਿਗੁਰਾਂ ਦਾ ਘਰ ਗੁਰੂ ਨਾਨਕ ਦਾ ਘਰ ਹੈ, ਇਹ ਤਾਂ ਆਨੰਦ ਹੀ ਆਨੰਦ ਦੇਣ ਵਾਲਾ, ਪਰ ਅੱਜ ਤਾਂ ਜਿਹੜਾ ਹੈ ਆਨੰਦ ਤੋਂ ਬਹੀਨ ਹੋ ਗਿਆ। ਸੰਗਤਾਂ ਵੀ ਦੁਖੀ ਹਨ, ਅਸੀਂ ਵੀ ਦੁਖੀ ਹਾਂ ਆਪ ਜੀ ਦੇ ਹਾਲਾਤ ਨੂੰ ਦੇਖ ਕੇ। ਆਪ ਅਲੰਬ ਸੰਗਤਾਂ ਕੇਰੀ। ਦੇਖੋ ਕਹਿੰਦੇ ਪੁੱਤਰ ਤੂੰ ਸਾਰੀਆਂ ਹੀ ਸੰਗਤਾਂ ਦਾ ਆਸਰਾ ਹੈ, ਸਾਰੀਆਂ ਸੰਗਤਾਂ ਤੁਹਾਡੇ ਵਿੱਚ ਆਪਣਾ ਸੁੱਖ ਆਨੰਦ ਸਭ ਜਿਹੜਾ ਆਪਣੀ ਮੁਕਤੀ ਨੂੰ ਦੇਖਦੀਆਂ ਹਨ। ਜੇ ਤੁਸੀਂ ਇਸ ਤਰ੍ਹਾਂ ਬਿਮਾਰ ਹੋ ਗਏ ਤਾਂ ਫਿਰ ਸੰਗਤਾਂ ਦਾ ਆਸਰਾ ਕੌਣ ਬਣੇਗਾ। ਚੌਹਦਿਸ ਕੀ ਚੱਲ ਆਏ ਕਨੇਰੀ। ਕਹਿੰਦੇ ਚਾਰੇ ਪਾਸੇ ਤੋਂ ਦੇਖੋ ਕਿੰਨੀ ਸੰਗਤ ਚੱਲ ਚੱਲ ਕੇ ਆ ਰਹੀ ਹੈ ਤੁਹਾਡੇ ਦਰਸ਼ਨਾਂ ਵਾਸਤੇ। ਸਭ ਵਿਦ ਕੀ ਜਾਚਤ ਹੈ ਛੇਮ। ਦੇਖੋ ਸਾਰੀ ਆ ਕੇ ਤੁਹਾਡੇ ਤੋਂ ਛੇਮ ਆਪਣਾ ਸੁੱਖ ਤੇ ਮੁਕਤੀ ਇਹ ਮੰਗਦੇ ਹਨ। ਕਹਿੰਦੇ ਜੇ ਤੁਸੀਂ ਇਹ ਹਾਲਤ 'ਚ ਹੋ ਗਏ ਤਾਂ ਸੰਗਤਾਂ ਜਿਹੜੀਆਂ ਹਨ ਉਹ ਕੀ ਕਰਨਗੀਆਂ ਅੱਗੇ। ਦੇਤ ਆਪ ਜਹ ਸਰਦਾ ਨੇਮ। ਦੇਖੋ ਕਹਿੰਦੇ ਆਪ ਜੀ ਸਾਰੀਆਂ ਦੀਆਂ ਸ਼ਰਧਾ ਪੂਰੀਆਂ ਕਰਦੇ ਹੋ। ਗੁਰੂ ਮਹਾਰਾਜ ਜੀ ਭਾਵੇਂ ਆਪਣੇ ਸਰੀਰ ਤੇ ਤਾਪ ਚੜਿਆ ਹੋਇਆ ਹੈ, ਫੋੜੇ ਦਿਖਾਈ ਦੇ ਰਹੇ ਹਨ, ਪਰ ਫਿਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੂਜਿਆਂ ਦਾ ਦੁੱਖ ਦੂਰ ਕਰ ਰਹੇ ਹਨ, ਦੂਜਿਆਂ ਦਾ ਤਾਪ ਦੂਰ ਕਰ ਰਹੇ ਹਨ, ਦੂਜਿਆਂ ਨੂੰ ਜਿਹੜਾ ਹਨ 84 ਲੱਖ ਜੂਨਾਂ ਤੋਂ ਬਚਾ ਕਰਕੇ ਆਵਾ ਗਾਉਣ ਤੋਂ ਜਨਮ ਮਰਨ ਤੋਂ ਛੁਟਕਾਰਾ ਦੇ ਰਹੇ ਹਨ। ਭਾਵੇਂ ਆਪ ਲੰਮੇ ਪਏ ਹਨ, ਪਰ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਸਾਰੀ ਦੁਨੀਆ ਨੂੰ ਸੁੱਖ ਦੇ ਰਹੇ ਹਨ। ਨਿਜ ਤਨ ਦਿਸ ਕਿਉਂ ਦੇਖਤ ਨਾਹੀ। ਕਹਿਣ ਲੱਗੇ ਮਾਤਾ ਜੀ ਕਹਿੰਦੇ ਪੁੱਤਰ ਤੂੰ ਆਪਣੇ ਸਰੀਰ ਵੱਲ ਕਿਉਂ ਨਹੀਂ ਦੇਖਦਾ, ਆਪਣੇ ਸਰੀਰ ਵੱਲ ਵੀ ਤਾਂ ਨਿਗਾਹ ਪਾ ਨਾ, ਇਹ ਸਰੀਰ ਨੂੰ ਵੀ ਤਾਂ ਠੀਕ ਕਰ ਲਾ। ਅੱਜ ਹੂੰ ਬਾਲ ਆਰ ਬਲਾ ਮਾਹੀ। ਦੇਖੋ ਕਹਿੰਦੇ ਤੁਸੀਂ ਹਜੇ 7 ਸਾਲ ਦੀ ਤੁਹਾਡੀ ਉਮਰ ਹੈ, ਹਜੇ ਤਾਂ ਬਾਲਕ ਅਵਸਥਾ ਵਿੱਚ ਹੋ ਤੁਸੀਂ, ਤੇ ਹੁਣੇ ਤੁਸੀਂ ਆਪਣਾ ਜਿਹੜਾ ਹਨ ਜੋਤੀ ਜੋਤ ਸਮਾਉਣਾ ਕਿਉਂ ਚਾਹੁੰਦੇ ਹੋ। ਨਹਿ ਲਾਇਕ ਆਗੇ ਕੋ ਭਇਓ। ਕਹਿਣ ਲੱਗੇ ਨਹਿ ਲਾਇਕ, ਕਹਿਣ ਲੱਗੇ ਮਾਰੋ ਨਿਗਾਹ ਆਪਣੇ ਆਲੇ ਦੁਆਲੇ। ਮਾਤਾ ਕਿਸ਼ਨ ਕੌਰ ਜੀ ਕਹਿੰਦੇ ਤੁਹਾਡਾ ਹੁਣ ਤੁਹਾਡੇ ਥਾਂ ਤੇ ਗੁਰੂ ਨਾਨਕ ਦੀ ਗੱਦੀ ਤੇ 9ਵੇਂ ਥਾਂ ਤੇ ਕੌਣ ਬੈਠੇਗਾ, ਤੁਹਾਨੂੰ ਦਿਖਾਈ ਦਿੰਦਾ ਇੱਥੇ ਕੋਈ। ਕਿਹਨੂੰ ਤੁਸੀਂ ਗੁਰਤਾ ਗੱਦੀ ਦੇ ਕੇ ਜਾਓਗੇ, ਕਿਹਨੂੰ ਇਹ ਜ਼ਿੰਮੇਵਾਰੀ ਸੰਭਾਲ ਕੇ ਜਾਓਗੇ ਤੁਸੀਂ ਜੋ ਤੁਹਾਡੇ ਪਿਤਾ ਨੇ ਤੁਹਾਨੂੰ ਬਖਸ਼ੀ ਹੈ। ਗੁਰਤਾ ਗਾਦੀ ਨਹਿ ਮਿਟ ਜਾਇਓ। ਕਹਿਣ ਲੱਗੇ ਵੀ ਗੁਰਤਾ ਗੱਦੀ ਜਿਹੜੀ ਹੈ ਕਿਤੇ ਇਹ ਨਾ ਹੋਵੇ ਵੀ ਤੁਹਾਡੇ ਤੱਕ ਹੀ ਰਹਿ ਜਾਵੇ, ਅੱਗੇ ਨਾ ਹੋਵੇ। ਕਹਿੰਦੇ ਇਹ ਵੀ ਖਿਆਲ ਕਰੋ ਪੁੱਤਰ। ਤੁਮਰੇ ਬਸ ਸਭ ਕੁਝ ਅਬ ਜੀਵੋ। ਦੇਖੋ ਕਹਿੰਦੇ ਮਾਤਾ ਕਿਸ਼ਨ ਕੌਰ ਜੀ ਕਹਿੰਦੇ ਤੁਹਾਡੇ ਵਸ ਦੇ ਵਿੱਚ ਹੀ ਤਾਂ ਸਭ ਕੁਝ ਹੈ ਨਾ। ਸਾਰੀ ਇਹ ਕਾਇਨਾਤ ਕੁਦਰਤ ਜਿਹੜੀ ਹੈ ਤੁਹਾਡੀ ਮਰਜ਼ੀ ਨਾਲ ਹੀ ਚੱਲਦੀ ਹੈ, ਤੁਹਾਡੀ ਆਗਿਆ ਵਿੱਚ ਹੀ ਰਹਿੰਦੀ ਹੈ।
ਤੇ ਕਹਿੰਦੇ ਫਿਰ ਤੁਸੀਂ ਕੀ ਨਹੀਂ ਕਰ ਸਕਦੇ। हे सुत मोहे अहलादी थी वो। ਕਹਿਣ ਲਗੇ ਇਸ ਕਰਕੇ ਹੇ ਸੁੱਤ ਮੈਨੂੰ ਅਹਿਲਾਦੀ ਥੀ ਉਹ, ਕਹਿੰਦੇ ਮੈਂ ਅਹਿਲਾਦੀ ਹਾਂ, ਮੈਂ ਤੁਹਾਡੀ ਪ੍ਰੇਮਣ ਹਾਂ, ਮੈਂ ਤੁਹਾਡੀ ਮਾਂ ਹਾਂ। ਕਹਿੰਦੇ ਵੀ ਮੈਂ ਜਿਹੜਾ ਅਹਿਲਾਦੀ, ਮੈਂ ਆਪਣੀ ਜ਼ਿੰਮੇਵਾਰੀ ਸਮਝਦੀ ਹਾਂ ਵੀ ਤੁਸੀਂ ਹਮੇਸ਼ਾ ਹੀ ਖੁਸ਼ਹਾਲ ਰਹੋ। सुन कर श्री हर कृष्ण कृपाला। ਜਦੋਂ ਇਹ ਬਚਨ ਮਾਤਾ ਕਿਸ਼ਨ ਕੌਰ ਜੀ ਦੇ ਸੁਣੇ, ਉਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਿਹੜਾ ਹਨ ਬੜੇ ਜਿਹੜੇ ਹਨ ਪਿਆਰ ਦੇ ਬਚਨ ਕਹੇ। दे जननी को धीर बिसाला। ਆਪਣੀ ਜਨਨੀ ਮਾਤਾ ਨੂੰ ਧੀਰਜ ਦਿੰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ, तू मम मात ना इम बन आव है। ਕਹਿਣਗੇ ਮਾਤਾ ਜੀ ਤੂੰ ਸਾਡੀ ਮਾਂ ਹੈ, ਜੇ ਤੁਹਾਨੂੰ ਇਹ ਜਿਹੜੀਆਂ ਹਨ ਬਚਨ ਕਹਿਣੇ ਬਣਦੇ ਨਹੀਂ ਹੈਗੇ। ਤੂੰ ਤਾਂ ਸਾਡੀ ਮਾਤਾ ਹੈ, ਜੇ ਹੋਰ ਕੋਈ ਨਹੀਂ ਜਾਣਦਾ ਤਾਂ ਤੁਸੀਂ ਤਾਂ ਜਾਣਦੇ ਹੋ ਨਾ। ਜਿਹੜਾ ਹਨ ਤੁਹਾਡਾ ਪਤੀ ਗੁਰੂ ਹੈ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ, ਤੇ ਜਿਹੜਾ ਹਨ ਤੁਸੀਂ ਇੱਕ ਗੁਰੂ ਦੀ ਮਾਤਾ ਹੋ, ਕਿ ਤੁਹਾਨੂੰ ਇਹ ਕਹਿਣਾ ਠੀਕ ਨਹੀਂ ਬਣਦਾ। सम अपरन के मोह उपजाव है। ਕਹਿਣਗੇ ਕਿਉਂ ਲੋਕਾਂ ਦੀ ਤਰ੍ਹਾਂ ਤੁਸੀਂ ਵੀ ਮੋਹ ਦੇ ਵਿੱਚ ਫਸ ਰਹੇ ਹੋ, ਕਿਉਂ ਮੋਹ ਆਪਣੇ ਮਨ ਵਿੱਚ ਲੈ ਕੇ ਆ ਰਹੇ ਹੋ। साची श्री नानक की गादी। ਕਿਉਂਕਿ ਇਹ ਗੁਰਤਾ ਗੱਦੀ ਜਿਹੜੀ ਹੈ ਇਹ ਗੁਰੂ ਨਾਨਕ ਦੀ ਗੱਦੀ ਹੈ, ਜੋ ਹਮੇਸ਼ਾ ਹੀ ਰਹਿਣ ਵਾਲੀ ਹੈ। गुर गृह सिख घर सदा आबादी। ਦੇਖੋ ਕਹਿੰਦੇ ਗੁਰੂ ਗ੍ਰਹਿ ਸਿੱਖ, ਕਹਿੰਦੇ ਗੁਰੂ ਜਿਹੜਾ ਹੈ ਗੁਰੂ ਦੇ ਘਰ ਵਿੱਚ ਜਿਹੜੇ ਸਿੱਖ ਹਨ, ਕਹਿੰਦੇ ਉਹ ਹਮੇਸ਼ਾ ਹੀ ਗੁਰੂ ਘਰ ਦੇ ਵਿੱਚ ਆਬਾਦ ਰਹਿੰਦੇ ਹਨ, ਖੁਸ਼ ਰਹਿੰਦੇ ਹਨ, ਤੇ ਉਹਨਾਂ ਨੂੰ ਹਮੇਸ਼ਾ ਹੀ ਤਰੱਕੀਆਂ ਹੀ ਮਿਲਦੀਆਂ ਹਨ, ਉਹਨਾਂ ਨੂੰ ਖੁਸ਼ੀਆਂ ਮਿਲਦੀਆਂ ਹਨ ਗੁਰੂ ਘਰ ਦੇ ਵਿੱਚ, ਕਿਉਂਕਿ ਰਹਿਣ ਵਾਲੇ ਨੇ ਗੁਰਸਿੱਖ। गुर मर्जी मह रहो नित राजी। ਕਹਿਣ ਲੱਗੇ ਇਸ ਕਰਕੇ ਮਾਤਾ ਜੀ ਗੁਰੂ ਦੀ ਮਰਜ਼ੀ ਵਿੱਚ ਹੀ ਤੂੰ ਰਾਜੀ ਰਹਿਣਾ ਕਰ, ਤੇ ਜਿਹੜਾ ਹਨ ਜੋ ਗੁਰੂ ਕਰਦਾ ਹੈ ਉਹਦੇ ਵਿੱਚ ਹੀ ਜਿਹੜਾ ਹਨ ਸਭ ਕੁਝ ਹੈ, ਕਿਉਂਕਿ ਗੁਰੂ ਅਭੁੱਲ ਹੈ। ਕਿਉਂਕਿ ਜਿਹੜਾ ਹਨ ਜੇ ਜਿਹੜਾ ਗੁਰੂ ਜੇ ਭੁੱਲ ਗਿਆ ਫਿਰ ਕਿਹਨੂੰ ਰਸਤੇ ਪਾਏਗਾ। ਹੁਣ ਗੁਰੂ ਤਾਂ ਨਹੀਂ ਨਾ ਗਲਤੀ ਕਰ ਸਕਦਾ, ਗੁਰੂ ਤੋਂ ਤਾਂ ਨਾ ਕੋਈ ਭੁੱਲ ਹੁੰਦੀ। ਤੇ ਅਭੁੱਲ ਗੁਰ ਕਰਤਾਰ ਹੈ ਨਾ, ਕਹਿੰਦੇ ਅਭੁੱਲ ਹੈ ਦੋ, ਕਹਿੰਦੇ ਕੌਣ, ਇੱਕ ਗੁਰੂ ਇੱਕ ਕਰਤਾਰ ਪਰਮਾਤਮਾ। ਕਹਿੰਦੇ ਇਹ ਤਾਂ ਨਹੀਂ ਨਾ ਭੁੱਲਦੇ, ਇਸ ਕਰਕੇ ਗੁਰੂ ਦੀ ਮਰਜ਼ੀ ਵਿੱਚ ਰਾਜੀ ਰਹਿਣਾ ਹੀ ਬਣਦਾ ਹੈ। ਜਗ ਰਚਨਾ ਜਨ ਹੋ ਨਟ ਬਾਜੀ। ਦੇਖੋ ਕਹਿੰਦੇ ਇਹ ਜਗ ਦੀ ਰਚਨਾ ਜਿਹੜੀ ਆਪਾਂ ਦੇਖ ਰਹੇ ਹਾਂ ਅੱਖਾਂ ਦੇ ਨਾਲ, ਤੇ ਕਹਿੰਦੇ ਇਹ ਜਿਹੜੀ ਸਾਰੀ ਦੀ ਸਾਰੀ ਇੱਕ ਨੱਟਬਾਜੀ ਹੈ, ਇੱਕ ਨਾਟਕ ਹੈ, ਇੱਕ ਡਰਾਮਾ ਹੈ। ਜਿਵੇਂ ਸਟੇਜ ਡਰਾਮਾ ਹੁੰਦੇ ਨੇ, ਕਹਿੰਦੇ ਇਹ ਵੀ ਇੱਕ ਵੱਡਾ ਸਟੇਜ ਹੈ ਜਿਹਦੇ ਉੱਤੇ ਇਹ ਸਾਰੀ ਖੇਡ ਵਾਪਰ ਰਹੀ ਹੈ, ਪਰ ਅਸਲੀਅਤ ਵਿੱਚ ਸਭ ਕੁਝ ਪਰਮਾਤਮਾ ਆਪ ਹੀ ਹੈ। ਫਿਰ ਨਾ ਰਹਿ ਨਿਤ ਬਿਨ ਹਾਰੀ। ਦੇਖੋ ਇਹ ਦੁਨੀਆ ਤਾਂ ਕਿਤੇ ਵੀ ਜਿਹੜੀ ਹਨ ਹਮੇਸ਼ਾ ਵਾਸਤੇ ਨਹੀਂ ਰਹੇਗੀ, ਇਹ ਬਿਨਸਨਹਾਰ ਹੈ, ਇਹ ਮੁੱਕਣ ਵਾਲੀ ਹੈ, ਮੁੱਕ ਰਹੀ ਹੈ ਤੇ ਅੱਗੇ ਵੀ ਮੁੱਕਦੀ ਰਹੇਗੀ। ਇਸ ਮਹਿ ਪ੍ਰੀਤ ਸੁਮਤ ਨਹਿ ਧਾਰੀ। ਦੇਖੋ ਕਹਿੰਦੇ ਜਿਹੜੇ ਸੁਮਤ ਨੇ, ਜਿਹੜੇ ਸਿਆਣੇ ਨੇ, ਇਸ ਕਰਕੇ ਦੁਨੀਆ ਦੇ ਪਦਾਰਥਾਂ 'ਚ ਆਪਣਾ ਪ੍ਰੇਮ ਨਹੀਂ ਰੱਖਦੇ, ਉਹ ਆਪਣਾ ਮੋਹ ਨਹੀਂ ਲਾਉਂਦੇ ਇਹ ਦੁਨੀਆ ਤੇ। ਹਰ ਚੰਦੌਰੀ ਜਿਮ ਘਨ ਛਾਇਆ। ਦੇਖੋ ਕਹਿੰਦੇ ਜਿਵੇਂ ਹਰੀ ਚੰਦੌਰੀ ਹੈ, ਜਿਵੇਂ ਹਰੀਸ਼ ਚੰਦਰ ਦੀ ਨਗਰੀ ਹੈ, ਜੋ ਨਾ ਧਰਤੀ ਤੇ ਹੈ ਨਾ ਆਕਾਸ਼ ਤੇ ਹੈ, ਜੋ ਵਿਚਾਲੇ ਹੈ, ਉਹਨੂੰ ਹਰੀ ਚੰਦੌਰੀ ਕਹਿੰਦੇ ਹਾਂ। ਕਹਿੰਦੇ ਹਰੀ ਚੰਦੌਰੀ ਜਿਵੇਂ ਹੈ, ਜਿਵੇਂ ਇੱਕ ਬੱਦਲ ਦੀ ਛਾਂ ਹੁੰਦੀ ਹੈ। ਕਹਿੰਦੇ ਇਹ ਦੋ ਐਗਜ਼ਾਮਪਲ ਦਿੰਦੇ ਹਨ। ਇੱਕ ਤਾਂ ਹਰੀ ਚੰਦੌਰੀ ਹੈ, ਜੋ ਮੰਨਿਆ ਜਾਂਦਾ ਹੈ ਕਿ ਰਾਜਾ ਹਰੀਸ਼ ਚੰਦਰ ਨੇ ਜਦੋਂ ਏਡੇ ਵੱਡੇ ਪੁੰਨ ਕਰਕੇ, ਐਡਾ ਵੱਡਾ ਦਾਨ ਦੇ ਕੇ ਜਦੋਂ ਉਹਨਾਂ ਨੂੰ ਵਰ ਮਿਲਿਆ ਕਿ ਤੁਹਾਡੀ ਨਗਰੀ ਸਾਰੀ ਦੀ ਸਾਰੀ ਸਵਰਗਾਂ ਨੂੰ ਜਾਏਗੀ, ਤੇ ਰਸਤੇ ਵਿੱਚ ਜਾਂਦੀ ਹੋਈ ਨਗਰੀ ਦੇ ਵਿੱਚ ਉਹ ਖੋਤਾ ਇੱਕ ਹਿੰਗ ਪਿਆ, ਤੇ ਹਰੀ ਚੰਦਰ ਦੇ ਮਨ ਦੇ ਵਿੱਚ ਇਹ ਆਇਆ, ਹੰਕਾਰ ਥੋੜਾ ਮਾਤਰ ਹੀ ਆਇਆ। ਕਹਿੰਦਾ ਵੀ ਦੇਖ ਹਰੀ ਚੰਦਰ, ਤੇਰੀ ਕਮਾਈ ਕਰਕੇ ਅੱਜ ਖੋਤੇ ਵੀ ਜਿਹੜੇ ਹਨ ਸਵਰਗਾਂ ਨੂੰ ਜਾ ਰਹੇ ਹਨ, ਉਹ ਨਗਰੀ ਰਾਹ ਵਿੱਚ ਹੀ ਰਹਿ ਗਈ। ਸੋ ਉਹ ਨਗਰੀ ਦੀ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਨਗਰੀ ਹੈਗੀ ਹੈ, ਪਰ ਕਿਸੇ ਨੇ ਦੇਖੀ ਨਹੀਂ ਅੱਜ ਤੱਕ। ਇਸ ਕਰਕੇ ਹਰੀ ਚੰਦੌਰੀ ਇੱਕ ਇਲੂਸ਼ਨ ਬਣ ਗਿਆ ਹੈ। ਜਿਵੇਂ ਘਨ ਛਾਇਆ, ਜਿਵੇਂ ਬੱਦਲ ਦੀ ਛਾਂ ਹਮੇਸ਼ਾ ਨਹੀਂ ਰਹਿੰਦੀ, ਆਉਂਦੀ ਤੇ ਜਾਂਦੀ ਹੈ। ਉਹ ਜਿਹੜਾ ਸੂਰਜ ਨੂੰ ਢੱਕ ਲੈਂਦੀ ਹੈ, ਛਾਂ ਹੋ ਜਾਂਦੀ ਹੈ, ਉਸੇ ਵੇਲੇ ਹਵਾ ਧੱਕ ਕੇ ਉਹਨੂੰ ਲੈ ਜਾਂਦੀ ਹੈ। ਇਸ ਕਰਕੇ ਇਹ ਦੋ ਐਗਜ਼ਾਮਪਲ ਦਿੰਦੇ ਹਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਸੁਪਨਾ ਜਿਮ ਜਲ ਮ੍ਰਿਗ ਤ੍ਰਿਸ਼ਨਾਇਆ। ਦੇਖੋ ਤੀਜਾ ਐਗਜ਼ਾਮਪਲ ਸੁਪਨੇ ਦਾ ਦਿੰਦੇ ਨੇ। ਜੋ ਸੁਪਨੇ ਵਿੱਚ ਦੇਖੇ ਪਦਾਰਥ ਨੇ ਉਹ ਵੀ ਹਮੇਸ਼ਾ ਨਹੀਂ ਰਹਿੰਦੇ, ਜਾਗਣ ਕਰਕੇ ਉਹ ਸਾਰੇ ਦਾ ਸਾਰਾ ਸੁਪਨਾ ਝੂਠਾ ਹੋ ਜਾਂਦਾ ਹੈ। ਚੌਥਾ ਐਗਜ਼ਾਮਪਲ ਦਿੰਦੇ ਹਨ ਮਿਰਗ ਤ੍ਰਿਸ਼ਨਾ, ਜਿਵੇਂ ਮਿਰਾਜ ਹੁੰਦੀ ਹੈ ਡੈਜ਼ਰਟ ਦੇ ਵਿੱਚ, ਤੇ ਦੂਰੋਂ ਜਿਹੜਾ ਡੀਅਰ ਦੇਖ ਕੇ ਵਿਚਾਰਾ ਭੱਜਦਾ ਵੀ ਇੱਥੇ ਪਾਣੀ ਹੋਵੇਗਾ, ਪਰ ਅਸਲ ਵਿੱਚ ਉਹ ਪਾਣੀ ਨਹੀਂ ਹੁੰਦਾ, ਉਹ ਮਿਰਾਜ ਹੁੰਦਾ ਹੈ।
ਤੇ ਉਹ ਜਿਹੜਾ ਹਨ ਸਿਰਫ ਇੱਕ ਉਹ ਰੇਤਾ ਜਿਹੜਾ ਚਮਕ ਮਾਰ ਰਿਹਾ ਹੁੰਦਾ ਹੈ। ਤੇ ਇਹ ਚੌਥਾ ਵੀ ਜਿਹੜਾ ਹਨ ਦ੍ਰਿਸ਼ਟਾਂਤ ਐਗਜ਼ਾਮਪਲ ਦਿੰਦੇ ਹਨ। ਇਨਹਿ ਸਾਚ ਲੱਖ ਕਰ ਦਿੜ ਗਹਿ। ਕਹਿਣਗੇ ਜਿਹੜੇ ਇਹਨਾਂ ਨੂੰ ਸੱਚ ਕਰਕੇ, ਇਹ ਚਾਰ ਚੀਜ਼ਾਂ ਜਿਹੜੀਆਂ ਅੱਗੇ ਪਹਿਲਾਂ ਦਸੀਆਂ ਨੇ, ਇਹਨਾਂ ਨੂੰ ਜਿਹੜਾ ਵੀ ਕੋਈ ਸੱਚ ਕਰਕੇ ਮੰਨਦਾ ਹੈ ਤੇ ਆਪਣੇ ਹਿਰਦੇ 'ਚ ਦ੍ਰਿੜ ਕਰਦਾ ਵੀ ਇਹ ਸੱਚ ਹੈ। ਕਹਾਂ ਸੋ ਪ੍ਰਾਨੀ ਨਿਜ ਕਰ ਲਹੈ। ਹਾਂ, ਕਹਿਣ ਲੱਗੇ ਫਿਰ ਉਹ ਪ੍ਰਾਣੀ ਸੱਚ ਨੂੰ ਕਿੱਥੇ ਲਹੇਗਾ? ਉਹ ਫਿਰ ਭੜਕਣਾ ਵਿੱਚ ਹੀ ਰਹੇਗਾ ਨਾ, ਉਹਨੂੰ ਹਮੇਸ਼ਾ ਭੜਕਣਾ ਹੀ ਲੱਗੀ ਰਹੇਗੀ ਤੇ ਉਹ ਭੜਕਣਾ ਝੂਠ ਦੇ ਵਿੱਚ ਹੀ ਸੱਚ ਨੂੰ ਲੱਭਦਾ ਫਿਰੇਗਾ। ਬਿਨਸਹਿ ਕੋ ਆਗੇ ਕੋ ਪਾਛੇ। ਦੇਖੋ ਕਹਿਣਗੇ ਬਿਨਸੇ ਕੋ, ਕਹਿਣਗੇ ਇਹ ਬਿਨਸਨਹਾਰ ਹੈ। ਕਹਿੰ ਕੋ ਆਗੇ ਕੋ ਪਾਛੈ। ਪਹਿਲਾਂ ਕਿਹੜਾ ਜਿਹੜਾ ਬਿਨਸ ਗਿਆ, ਜਿਹੜਾ ਅੱਗੇ ਪਹਿਲਾਂ ਕੋਈ ਮੁੱਕ ਗਿਆ, ਜੇ ਹਨ ਪਿੱਛੇ ਪਾਸ ਦੇ ਵਿੱਚ, ਹੁਣ ਪ੍ਰੈਜ਼ੈਂਟ ਵਿੱਚ ਵੀ ਮੁੱਕ ਰਿਹਾ ਹੈ ਤੇ ਫਿਊਚਰ ਵਿੱਚ ਵੀ ਮੁੱਕ ਜਾਣਾ ਹੈ। ਇਸ ਮਹਿ ਬਿਨ ਵਿਵੇਕ ਥਿਰ ਬਾਛੇ। ਦੇਖੋ ਕਹਿੰਦੇ ਇਹਨਾਂ ਚੀਜ਼ਾਂ ਨੂੰ ਆਪਾਂ ਸੱਚ ਕਰਕੇ ਕਿਉਂ ਦੇਖਦੇ ਹਾਂ? ਕਹਿੰਦੇ ਬਿਨ ਵਿਵੇਕ, ਗਿਆਨ ਤੋਂ ਬਗੈਰ ਜਿਹੜਾ ਹੈ ਆਪਣੀ ਨਿਗਾਹ ਇਸ ਕਰਕੇ ਇਹਨਾਂ ਨੂੰ ਸੱਚ ਦੇਖਦੀ ਹੈ। ਜੇ ਕਿਤੇ ਵਿਵੇਕ ਆ ਜਾਵੇ, ਬਿਬ ਏਕ ਦੋ ਤੋਂ ਇੱਕ ਹੋ ਜਾਣਾ, ਤੇ ਕਹਿੰਦੇ ਬਿਬ ਏਕ ਦੀ ਜਿਹੜੀ ਨਿਗਾਹ ਹੁੰਦੀ ਹੈ, ਜਦੋਂ ਤੱਕ ਉਹ ਗਿਆਨ ਨਾ ਆ ਜਾਵੇ ਉਦੋਂ ਤੱਕ ਇਹ ਚੀਜ਼ਾਂ ਸੱਚ ਹੀ ਨਜ਼ਰ ਆਉਂਦੀਆਂ ਹਨ। ਚਲਿਓ ਜਾਤ ਜਿਮ ਨਦੀ ਪ੍ਰਵਾਹੂ। ਤੇ ਇਹਨਾਂ ਦੀ ਇੱਛਾ ਬਣੀ ਰਹਿੰਦੀ ਹੈ ਮਨੁੱਖਾਂ ਦੇ ਮਨ ਵਿੱਚ। ਤੇ ਮਹਾਰਾਜ ਜੀ ਅਗਲਾ ਪੰਜਵਾਂ ਐਗਜ਼ਾਮਪਲ ਦਿੰਦੇ ਹਨ, ਜਿਵੇਂ ਕਹਿੰਦੇ ਨਦੀ ਦਾ ਪ੍ਰਵਾਹ ਹੈ। ਨਦੀ ਜਿਹੜੀ ਹੈ, ਜਿਹੜਾ ਪਾਣੀ ਇੱਕ ਵਾਰੀ ਆ ਜਾਂਦਾ ਹੈ ਉਹ ਮੁੜ ਕੇ ਨਹੀਂ ਆਉਂਦਾ, ਉਹ ਨਦੀ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ ਹੈ। ਤੇ ਨਦੀ ਕਿਤੇ ਭਰ ਜਾਂਦੀ ਹੈ, ਕਿਤੇ ਘਟ ਜਾਂਦੀ ਹੈ। ਭਰਿਓ ਰਹੇ ਦੇਖੀਏ ਹੈ ਬਿਦਤਾਹੂ। ਹਾਂ, ਕਹਿਣ ਲੱਗੇ ਕਿਤੇ ਉਹ ਪ੍ਰਗਟ ਹੋ ਕੇ ਵੱਡੀ ਹੋ ਕੇ ਭਰ ਕੇ ਦਿਖਾਉਂਦੀ ਹੈ, ਕਿਤੇ ਉਹ ਨਦੀ ਖਾਲੀ ਹੋ ਜਾਂਦੀ ਜਦੋਂ ਮੀਂਹ ਪੈਣਾ ਬੰਦ ਹੋ ਜਾਂਦਾ ਹੈ। ਉਪਜਨ ਬਿਨਸਨ ਕਾਰ ਹਮੇਸ਼। ਦੇਖੋ ਕਹਿੰਦੇ ਇਸੇ ਤਰ੍ਹਾਂ ਹੀ ਇਹ ਦੁਨੀਆ ਵੀ ਜਿਹੜੀ ਹੈ ਬਣਦੀ ਤੇ ਮੁੱਕਦੀ ਆ ਹਰ ਸਮੇਂ। ਸਭ ਕੇ ਸੀਸ ਥਟੀ ਜਗਤੇਸ। ਦੇਖੋ ਕਹਿੰਦੇ ਪਰ ਇੱਕ ਗੱਲ ਹੈ, ਸਾਰਿਆਂ ਦੇ ਸਿਰ ਦੇ ਉੱਤੇ ਇੱਕ ਪਰਮਾਤਮਾ ਦੀ ਛਟੀ ਰੂਪ ਹੁਕਮ ਹੈ ਜੋ ਸਾਰਿਆਂ ਤੇ ਵਰਤਦਾ ਹੈ। ਇਹ ਜਿਹੜੀ ਹੁਕਮ ਦੀ ਪਛਾਣ ਕਰਨੀ ਹੀ ਜ਼ਰੂਰੀ ਹੈ। ਉਹ ਪਰਮਾਤਮਾ ਦੇ ਹੁਕਮ ਵਿੱਚ ਹੀ ਸਭ ਕੁਝ ਚੱਲਦਾ ਹੈ। ਇਮ ਵਿਚਾਰ ਕਰ ਧੀਰਜ ਧਾਰੋ। ਕਹਿਣ ਲੱਗੇ ਇਹ ਵਿਚਾਰ ਜਿਹੜੀ ਗਿਆਨ ਵਾਲੀ ਹੈ, ਆਪਣੀ ਮਾਤਾ ਨੂੰ ਕਹਿਣ ਲੱਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਕਹਿੰਦੇ ਇਹ ਜਿਹੜਾ ਹੈ ਗਿਆਨ ਨੂੰ ਧਾਰਨ ਕਰਕੇ ਆਪਣੇ ਅੰਦਰ ਧੀਰਜ ਰੱਖੋ ਤੇ ਉਸਦੇ ਹੁਕਮ ਦੇ ਜਿਹੜਾ ਹਨ ਉਹਦੇ ਹੁਕਮ ਤੇ ਹੀ ਚੱਲਣਾ ਕਰੋ, ਉਹਦੇ ਹੁਕਮ ਦੇ ਵਿੱਚ, ਉਸਦੀ ਮਰਜ਼ੀ ਦੇ ਵਿੱਚ ਹੀ ਰਾਜੀ ਰਹੋ। ਪ੍ਰਭ ਕ੍ਰਿਤ ਸਮਝ ਸੋਕ ਨਿਰਵਾਰ ਹੋ। ਹਾਂ, ਕਹਿਣ ਲੱਗੇ ਇਸ ਕਰਕੇ ਜਿਹੜਾ ਹਨ ਇਸ ਨੂੰ ਪਰਮਾਤਮਾ ਦੀ ਖੇਡ ਜਾਣੋ। ਇਹ ਪਰਮਾਤਮਾ ਦਾ ਹੁਕਮ ਵਰਤ ਰਿਹਾ ਹੈ, ਉਹ ਆਪਣੀ ਖੇਡ ਖੇਡ ਰਿਹਾ ਹੈ। ਉਸਦੀ ਖੇਡ ਨੂੰ ਦੇਖ ਕੇ ਵੀ ਤੁਸੀਂ ਖੁਸ਼ ਰਹੋ, ਉਹਦੇ ਜਿਹੜਾ ਹਨ ਪ੍ਰਸੰਨ ਰਹੋ ਤੇ ਆਪਣੇ ਅੰਦਰੋਂ ਦੁੱਖ ਨੂੰ ਨਿਵਾਰ ਦਿਓ, ਦੁੱਖ ਨੂੰ ਦੂਰ ਕਰ ਦਿਓ। ਆਸ ਕਹਿ ਕਿਰਪਾ ਦ੍ਰਿਸ਼ਟ ਪੁਨ ਧਾਰੀ। ਦੇਖੋ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਇਹ ਬਚਨ ਕਰਕੇ ਆਪਣੀ ਮਾਤਾ ਦੇ ਉੱਤੇ ਉਹ ਕਿਰਪਾ ਦੀ ਦ੍ਰਿਸ਼ਟੀ ਪਾ ਦਿੱਤੀ। ਕਿਰਪਾ ਦੀ ਦ੍ਰਿਸ਼ਟੀ ਨਾਲ ਆਪਣੀ ਮਾਤਾ ਵੱਲ ਦੇਖਿਆ। ਮੋਹ ਮਾਇਆ ਮਾਤਾ ਕੱਟ ਡਾਰੀ। ਉਸੇ ਵੇਲੇ ਆਪਣੀ ਮਾਤਾ ਦਾ ਮੋਹ ਜਿਹੜਾ ਅਟੈਚਮੈਂਟ ਸੀਗਾ ਤੇ ਮਾਇਆ ਦਾ ਜਿਹੜਾ ਹੈ ਪ੍ਰਭਾਵ ਸੀ, ਸਾਰਾ ਹੀ ਮੇਟ ਦਿੱਤਾ। ਮਾਤਾ ਨੂੰ ਗਿਆਨ ਕਰਾ ਦਿੱਤਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬ੍ਰਹਮ ਗਿਆਨ ਕਰਾ ਦਿੱਤਾ। ਜਿਤ ਕਿਤ ਸੁਤ ਸਰੂਪ ਦਰਸਾਇਓ। ਦੇਖੋ ਹੁਣ ਮਾਤਾ ਜਿੱਧਰਲੇ ਪਾਸੇ ਵੀ ਆਪਣਾ ਨਿਗਾਹ ਮਾਰਦੀ ਹੈ, ਉਹਨਾਂ ਨੂੰ ਆਪਣਾ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਹੀ ਦਿਸਦਾ ਹੈ। ਸਾਰੇ ਪਾਸੇ ਉਹਨਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ। ਜਨਮ ਮਰਨ ਮਹਿ ਜੋ ਨਹਿ ਆਇਓ। ਦੇਖੋ ਜੋ ਜਨਮ ਤੇ ਮਰਨ ਵਿੱਚ ਨਹੀਂ ਆਉਂਦਾ ਗੁਰੂ, ਜੋ ਜਿਹੜਾ ਹਨ ਸਿੱਖਾਂ ਨੂੰ ਵੀ ਜਨਮ ਮਰਨ ਤੋਂ ਰਹਿਤ ਕਰਦਾ ਹੈ। ਜਿਤ ਕਿਤ ਸੁਤ ਸਰੂਪ ਦਰਸਾਇਓ। ਜਨਮ ਮਰਨ ਮਹਿ ਜੋ ਨਹਿ ਆਇਓ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਅਸਥਮ ਮਹੱਲੇ ਸ੍ਰੀ ਗੁਰੂ ਯਮੁਨਾ ਤਟ ਸਿਵਰ ਕਰਨ ਪ੍ਰਸੰਗ ਵਰਣਨ ਨਾਮ ਅਸਤਮੋ ਮੰਦਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।